ਸ਼੍ਰੀ ਅਕਾਲ ਜੀ। ਇਹ ਮੇਰੇ ਹਸਬੈਂਡ ਨੇ, ਇਹਨਾਂ ਨੂੰ ਕੈਂਸਰ ਦੀ ਪ੍ਰੋਬਲਮ ਆ। 3 ਸਾਲ ਹੋ ਚੱਲੇ ਨੇ ਅਤੇ ਪਹਿਲਾਂ ਮੈਂ ਸੰਗਰੂਰ 'ਚ ਵੀ ਇਹਨਾਂ ਦਾ ਆਪਰੇਟ ਕਰਵਾਇਆ ਜੂਨ ਦੇ ਵਿੱਚ। ਰੇਡੀਏਸ਼ਨ ਵਗੈਰਾ ਵੀ ਹੋਈ ਸਤੰਬਰ ਦੇ ਵਿੱਚ ਇਹਨਾਂ ਦੀ। ਅਤੇ ਹੁਣ ਇਹਨਾਂ ਦੇ ਦੂਸਰੀ ਸਾਈਡ ਪ੍ਰੋਬਲਮ ਹੋ ਗਈ ਆ। ਮੇਰੇ ਆਮਦਨ ਦਾ ਸਾਧਨ ਵੀ ਕੋਈ ਨਹੀਂ ਹੈਗਾ, ਉਹ ਕਮਾਉਣ ਵਾਲੇ ਸੀਗੇ। 2 ਮੇਰੇ ਬੇਟੀਆਂ ਨੇ। ਸਾਡੇ ਸੁਪਨਿਆਂ ਦੇ ਘਰ ਵਿੱਚ ਆਏ ਨੇ ਇਹ ਨਿੱਕੀ ਜਿਹੀ ਬੱਚੀ ਸੁਲੱਖਣੀ। ਜਿਵੇਂ ਅਕਸਰ ਮੈਂ ਕਹਿੰਦਾ ਵੀ ਇਹਨੂੰ ਇਹ ਵੀ ਨਹੀਂ ਪਤਾ ਵੀ ਇਹਦੀ ਜ਼ਿੰਦਗੀ 'ਚ ਕਿਹੜੀ ਹਨੇਰੀ ਝੁੱਲ ਰਹੀ ਆ। ਇਹਨੂੰ ਇਹਦਾ ਅਹਿਸਾਸ ਹੀ ਨਹੀਂ ਵੀ ਇਹਦੇ ਘਰ ਦੇ ਵਿੱਚ ਇਹਦੇ ਪਿਤਾ ਜੀ, ਇਹਦੇ ਪਾਲਣਹਾਰ ਖੁਦ ਕਿਹੜੇ ਹਾਲਾਤਾਂ ਦੇ ਵਿੱਚ। ਪਾਪਾ ਜੀ ਕਹਿੰਦੇ ਕਿ ਡੈਡੀ ਕਹਿੰਦੇ? ਕੀ ਕਹਿੰਦੇ ਹੁੰਦੇ? ਪਾਪਾ ਜੀ ਕਹਿੰਦੇ ਹੁੰਦੇ। ਪਾਪਾ ਜੀ ਠੀਕ ਹੋ ਜਾਣ ਬਾਬਾ ਜੀ ਨੂੰ ਅਰਦਾਸ ਕਰਦੇ ਹੁੰਦੇ? ਰੋਜ਼ ਕਰਦੇ ਹੁੰਦੇ? ਬਾਬਾ ਜੀ ਕੋਲ ਜਾ ਕੇ ਅਰਦਾਸ ਕਰਿਆ ਕਰ, ਦੋਨੇ ਹੱਥ ਜੋੜ ਕੇ ਨਾ ਇੱਦਾਂ ਤੂੰ ਕਿ ਬਾਬਾ ਜੀ ਮੇਰੇ ਪਾਪਾ ਜੀ ਨੂੰ ਠੀਕ ਕਰ ਦਿਓ, ਤੰਦਰੁਸਤ ਕਰ ਦਿਓ ਮੇਰੇ ਪਾਪਾ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭੈਣ ਸੰਦੀਪ ਕੌਰ ਨਿਊ ਅਮਨ ਨਗਰ ਲੁਧਿਆਣੇ ਤੋਂ ਬੋਲ ਰਹੀ ਹਾਂ। ਬੇਨਤੀ ਹੈ ਵੀਰਾਂ ਅਤੇ ਭੈਣਾਂ ਨੂੰ, ਮੇਰੇ ਪਤੀ ਨੂੰ 3 ਸਾਲ ਤੋਂ ਕੈਂਸਰ ਦੀ ਪਹਿਲਾਂ ਮੈਂ ਕ੍ਰਿਸ਼ਨਾ ਹਸਪੀਟਲ, ਕੈਂਸਰ ਹਸਪੀਟਲ ਤੇ ਸੰਗਰੂਰ ਇਹਨਾਂ ਦਾ ਆਪਰੇਟ ਵੀ ਕਰਵਾਇਆ। ਫੜ ਤੜ ਕੇ ਪੈਸਾ ਲਾਉਂਦੀ ਰਹੀ ਹਾਂ। ਮੇਰਾ ਕੋਈ ਵੀ ਸਹਾਰਾ ਨਹੀਂ ਆ। ਮੇਰੇ 2 ਬੇਟੀਆਂ ਨੇ, ਇੱਕ 15 ਸਾਲ ਦੀ, ਇੱਕ 5 ਸਾਲ ਦੀ। ਇਹ ਲੱਕੜ ਦਾ ਕੰਮ ਕਰਦੇ ਸੀ। ਆਪਰੇਸ਼ਨ ਤੋਂ ਬਾਅਦ ਘਰ ਬੈਠੇ ਹਨ। ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਮੈਂ ਹੁਣ ਤੱਕ ਕਰਜ਼ਾ ਚੁੱਕ ਇਹਨਾਂ ਦਾ ਇਲਾਜ ਕਰਾਉਂਦੀ ਰਹੀ। 6 ਮਹੀਨੇ ਤੋਂ ਹੁਣ ਇਹਨਾਂ ਦੀ ਹੋਮੋਪੈਥਿਕ ਦਵਾਈ ਵੀ ਚਲਾਈ ਸੀਗੀ ਤੇ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ। ਹੁਣ ਇਹਨਾਂ ਦੀ ਦੂਜੀ ਸਾਈਡ ਕੈਂਸਰ ਦਾ ਰੋਗ ਬਣ ਚੁੱਕਾ ਹੈ। ਮੇਰੇ ਕੋਲ ਇੱਕ ਕਮਰਾ ਹੈ ਤੇ ਇੱਕ ਟੀਨਾ ਪਾ ਕੇ ਮੈਂ ਗੁਜ਼ਾਰਾ ਕਰ ਰਹੀ ਹਾਂ। ਸਾਧ ਸੰਗਤ ਮੇਰੇ ਪਤੀ ਲਈ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਇਹਨਾਂ ਦਾ ਰੋਗ ਕੱਟਿਆ ਜਾਵੇ, ਇਹਨਾਂ ਨੂੰ ਤੰਦਰੁਸਤੀ ਬਖਸ਼ੇ ਪਰਮਾਤਮਾ। ਕੋਈ ਵੀ ਵੀਰ ਭੈਣ ਮੇਰੇ ਪਤੀ ਦੇ ਇਲਾਜ ਵਾਸਤੇ ਸਾਡੀ ਕੋਈ ਮਦਦ ਕਰਨੀ ਚਾਹੇ ਜ਼ਰੂਰ ਕਰੇ ਤੇ ਮੈਂ ਉਹਨਾਂ ਦੀ ਬਹੁਤ ਬਹੁਤ ਹੀ ਧੰਨਵਾਦੀ ਹੋਵਾਂਗੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਚਿਹਰਾ ਸਰਦਾਰ ਰਵਿੰਦਰ ਸਿੰਘ ਜੀ ਨੇ ਜੀ। ਸਰਦਾਰ ਰਵਿੰਦਰ ਸਿੰਘ ਜੀ ਕਾਰਪੇਂਟਰ ਨੇ, ਲੱਕੜੀ ਦਾ ਕੰਮ ਕਰਦੇ ਨੇ, ਰਾਮਗੜੀਆ ਬਰਾਦਰੀ ਤੋਂ ਨੇ ਬਾਈ ਹੁਣੀ। ਹੱਥੀਂ ਕਿਰਤ ਕਰਕੇ ਖਾਣ ਵਾਲੇ। ਪਰ ਤੁਸੀਂ ਇਹਨਾਂ ਦਾ ਚਿਹਰਾ ਦੇਖ ਕੇ ਅੰਦਾਜ਼ਾ ਲਾ ਹੀ ਲਿਆ ਹੋਣਾ ਵੀ ਇਹ ਕਿਉਂ ਆਪਣੇ ਅੱਜ ਸਾਹਮਣੇ ਆਏ ਨੇ। ਇਹ ਬੱਚੀਆਂ ਜੀ 2, ਆ ਬੇਟੀ ਹੈ ਸੁਲੱਖਣੀ ਕੌਰ ਤੇ ਆ ਬੇਟੀ ਹੈ ਨਵਨੀਤ ਕੌਰ, ਨਵਪ੍ਰੀਤ ਕੌਰ। ਇਹ 10ਵੀਂ ਕਲਾਸ 'ਚ ਪੜ੍ਹਦੀ ਆ, ਇਹ LKG ਦੇ ਵਿੱਚ ਆ। ਤੇ ਰਵਿੰਦਰ ਸਿੰਘ ਜੀ ਪਿਛਲੇ 3 ਸਾਲਾਂ ਤੋਂ ਇਹ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਪੀੜਤ ਨੇ ਜੀ। ਪਹਿਲਾਂ ਇਹਨਾਂ ਦੇ ਆਹ ਪਾਸੇ ਸੀਗਾ ਜੀ, ਅੰਦਰਲੇ ਪਾਸੇ 2020 ਦੇ ਵਿੱਚ ਜਦੋਂ 22 ਮਾਰਚ ਨੂੰ ਲੋਕਡਾਊਨ ਲੱਗਿਆ ਸੀ, ਉਦੋਂ ਕੁਝ ਦਿਨ ਪਹਿਲਾਂ ਇਹਨਾਂ ਦੇ ਅੰਦਰਲੇ ਪਾਸੇ ਛਾਲੇ ਹੋ ਗਏ ਮੂੰਹ 'ਚ। ਡਾਕਟਰ ਨੂੰ ਚੈੱਕ ਕਰਾਇਆ, ਉਹਨਾਂ ਨੇ ਕੈਂਸਰ ਹਸਪੀਟਲ ਭੇਜਤਾ। ਉੱਥੇ ਜਾ ਕੇ ਟੈਸਟ ਕਰਾਏ ਤਾਂ 21 ਤਰੀਕ ਨੂੰ ਇਹਨਾਂ ਦੀ ਰਿਪੋਰਟ ਆਈ, 21 ਮਾਰਚ ਨੂੰ, ਵੀ ਇਹਨਾਂ ਨੂੰ ਕੈਂਸਰ ਆ। ਤੇ 22 ਮਾਰਚ ਨੂੰ ਲੋਕਡਾਊਨ ਲੱਗ ਗਿਆ। ਉਸ ਲੋਕਡਾਊਨ ਦੇ ਵਿੱਚ ਕਿੱਦਾਂ ਕਰਕੇ ਇਸ ਮਿਡਲ ਕਲਾਸ ਪਰਿਵਾਰ ਨੇ, ਜਿਹਦੇ ਵਿੱਚ ਇਹੀ ਕਮਾਉਣ ਵਾਲਾ ਸੀ ਬਾਈ, ਤੇ ਇਹੀ ਬੰਦੇ ਨੂੰ ਆਹ ਸਮੱਸਿਆ ਆ ਗਈ। ਕਿਵੇਂ ਕਰਕੇ ਇਹਨਾਂ ਨੇ ਫਿਰ ਆਪਰੇਸ਼ਨ ਕਰਾਇਆ। ਆ ਸਾਰਾ ਪਾਸਾ ਕੱਟ ਕੇ ਡਾਕਟਰਾਂ ਨੇ ਸਾਫ਼ ਕਰ ਦਿੱਤਾ, ਕੱਢਤਾ ਜਵਾੜਾ, ਕੱਢਤਾ ਪੂਰੀ ਹੱਡੀ ਕੱਢਤੀ ਜਵਾੜੇ ਦੀ, ਇਸ ਆਸ ਦੇ ਵਿੱਚ ਵੀ ਹੁਣ ਰਵਿੰਦਰ ਸਿੰਘ ਬਿਲਕੁਲ ਠੀਕ ਨੇ। ਕੀਮੋ ਵੀ ਲੱਗੀਆਂ ਉਸ ਟਾਈਮ, ਰੇਡੀਏਸ਼ਨ ਵੀ ਲੱਗੀਆਂ, 30 ਰੇਡੀਏਸ਼ਨ ਲਵਾਈਆਂ ਉਸ ਟਾਈਮ ਪਰਿਵਾਰ ਨੇ। ਪਰ ਸਮਾਂ ਬੀਤਿਆ, ਅੱਜ 3 ਸਾਲਾਂ ਬਾਅਦ ਆ ਭੈਣ ਦੱਸਦੇ ਨੇ ਵੀ ਆ ਹੁਣ ਕੁਝ ਦਿਨ ਪਹਿਲਾਂ ਹੀ 3 ਸਾਲ ਹੋਏ ਨੇ ਤੇ ਆਹ ਦੁਬਾਰਾ ਫਿਰ ਤੋਂ ਦੂਸਰੇ ਪਾਸੇ ਬਣਨਾ ਸ਼ੁਰੂ ਹੋ ਗਿਆ ਟਿਊਮਰ। ਉਹਦੇ ਵਿੱਚ ਵੀ ਪੱਸ ਪੈ ਜਾਂਦੀ ਆ, ਜ਼ਖਮ ਆ, ਮੂੰਹ ਦੇ ਵਿੱਚ ਵੀ ਅੰਦਰ ਪਾਣੀ ਭਰ ਜਾਂਦਾ, ਰੋਟੀ ਖਾਣ ਤੋਂ ਵੀ ਮੁਸ਼ਕਿਲ ਆ। ਇਸ ਟਾਈਮ ਹੁਣ ਬੋਲ ਨਹੀਂ ਸਕਦੇ, ਇਹ ਆਵਾਜ਼ ਚਲੇ ਗਈ ਆ।
ਇਸ਼ਾਰੇ ਨਾਲ ਹੀ ਗੱਲ ਕਰਦੇ ਆ, ਸੁਣਦਾ ਵੀ ਪ੍ਰੋਪਰ ਨਹੀਂ। ਆਹ ਭੈਣ ਇਹ ਸੁਹਾਗਣ ਅੱਜ ਆਪਣੇ ਪਤੀ ਨੂੰ ਲੈ ਕੇ ਇੱਥੇ, ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਸਾਡੇ ਘਰ ਪਹੁੰਚੀ ਆ, ਸਾਡੇ ਸੁਪਨਿਆਂ ਦੇ ਘਰ ਵਿੱਚ ਆਏ ਨੇ ਇਹ। ਆ ਨਿੱਕੀ ਜੀ ਬੱਚੀ ਸੁਲੱਖਣੀ, ਜਿਵੇਂ ਅਕਸਰ ਮੈਂ ਕਹਿੰਦਾ ਵੀ ਇਹਨੂੰ ਇਹ ਵੀ ਨਹੀਂ ਪਤਾ ਵੀ ਇਹਦੀ ਜ਼ਿੰਦਗੀ 'ਚ ਕਿਹੜੀ ਹਨੇਰੀ ਝੁੱਲ ਰਹੀ ਆ। ਇਹਨੂੰ ਇਹਦਾ ਅਹਿਸਾਸ ਹੀ ਨਹੀਂ ਵੀ ਇਹਦੇ ਘਰ ਦੇ ਵਿੱਚ ਇਹਦੇ ਪਿਤਾ ਜੀ, ਇਹਦੇ ਪਾਲਣਹਾਰ ਖੁਦ ਕਿਹੜੇ ਹਾਲਾਤਾਂ ਦੇ ਵਿੱਚ ਨੇ। ਤੇ ਨਵਪ੍ਰੀਤ 10th ਦੇ ਵਿੱਚ ਪੜ੍ਹਦੀ ਆ, ਉਹ ਚਾਹ ਕੇ ਵੀ ਕੁਝ ਕਰ ਨਹੀਂ ਪਾ ਰਹੀ। ਉਹਦੀਆਂ ਖੁਦ ਦੀਆਂ ਆਪਣੀਆਂ ਜਿਹੜੀਆਂ ਜ਼ਰੂਰਤਾਂ ਉਹ ਵੀ ਨਹੀਂ ਪੂਰੀਆਂ ਹੋ ਪਾ ਰਹੀਆਂ ਹੋਣੀਆਂ, ਕਿਉਂਕਿ ਕਮਾਈ ਦਾ ਕੋਈ ਜ਼ਰੀਆ ਹੀ ਨਹੀਂ ਹੋਰ। ਆਂਢ ਗੁਆਂਢ ਦੇ ਕੁਝ ਲੋਕ ਜਿਵੇਂ ਭੈਣ ਨੇ ਤੇ ਇੱਦਾਂ ਹੀ ਕੋਈ ਰਿਸ਼ਤੇਦਾਰ ਨੇ, ਪੇਕੇ ਨੇ ਭੈਣ ਦੇ, ਕੋਈ ਇੱਦਾਂ ਸਾਰੇ ਇਹਨਾਂ ਦੇ ਦੋਸਤ ਨੇ ਰਵਿੰਦਰ ਸਿੰਘ ਜੀ ਦੇ। ਸਲੂਟ ਆ ਉਹਨਾਂ ਨੂੰ ਵੀ, ਬਾਈਆਂ ਨੂੰ, ਜਿਹੜੇ ਅੱਜ ਵੀ ਦੁੱਖ ਦੀ ਘੜੀ 'ਚ ਇਹਨਾਂ ਦੇ ਨਾਲ ਖੜੇ ਨੇ। ਉਹਨਾਂ ਦੇ ਨਾਲ ਇਹਨਾਂ ਦਾ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ। ਤੇ ਹੁਣ ਰਵਿੰਦਰ ਸਿੰਘ ਜੀ ਦਾ ਆਪਰੇਸ਼ਨ ਹੋਣਾ। ਹੁਣ ਰਵਿੰਦਰ ਸਿੰਘ ਜੀ ਦੀ ਅਸੀਂ ਇੱਥੇ ਚੈੱਕਅਪ ਕਰਾਇਆ, ਡਾਕਟਰ ਸਤੀਸ਼ ਜੈਨ ਜੀ ਨੇ ਸਾਡੇ ਸਪੈਸ਼ਲਿਸਟ ਨੇ ਇਸ ਬਿਮਾਰੀ ਦੇ, ਉਹਨਾਂ ਨੂੰ ਚੈੱਕਅਪ ਕਰਾਇਆ ਤੇ ਉਹਨਾਂ ਨੇ ਦੱਸਿਆ ਵੀ ਇਹਨਾਂ ਦੇ ਕੀਮੋਥੈਰੇਪੀਆਂ ਹੋਣੀਆਂ। ਹੋ ਸਕਦਾ ਇਹਨਾਂ ਦਾ ਕੀਮੋਥੈਰੇਪੀਆਂ ਤੋਂ ਬਾਅਦ ਇੱਕ ਆਪਰੇਟ ਕਰਕੇ ਆ ਸਫਾਈ ਕੀਤੀ ਜਾਵੇ। ਪਰ ਇਸ ਭੈਣ ਦੀ ਜ਼ਿੰਦਗੀ ਦੇ ਵਿੱਚ ਪਹਿਲਾਂ ਹੀ ਬੜਾ ਕੁਝ ਸੀ, ਦੁੱਖ ਸੁੱਖ, ਅੱਗੋਂ ਹੋਰ ਇੱਕ ਵੱਡੀ ਦੁੱਖ ਦੀ ਜਿਹੜੀ ਕਹਿ ਦਈਏ ਅੰਡਾਰ ਆ ਡਿੱਗੀ ਇਹਦੇ ਉੱਪਰ। ਭੈਣੇ ਜਦੋਂ ਪਤਾ ਲੱਗਿਆ ਤੁਹਾਨੂੰ ਵੀ ਇਹ ਸਮੱਸਿਆ ਇੱਦਾਂ ਆਈ ਆ, ਤੇ ਉਦੋਂ ਫਿਰ ਕੀ ਕੀਤਾ, ਕਿਹੜੇ ਹਸਪੀਟਲ 'ਚ ਇਲਾਜ ਕਰਾਇਆ ਸੀ ਇਹਨਾਂ ਦਾ? ਇਹਨਾਂ ਦਾ ਸੰਗਰੂਰ ਇਲਾਜ ਹੋਇਆ ਸੀ ਜੀ, ਸੰਗਰੂਰ ਹੋਮੋਬਾਮਾ ਹਸਪੀਟਲ 'ਚ। ਅੱਛਾ ਜੀ, ਪ੍ਰਾਈਵੇਟ ਹਸਪਤਾਲ ਆ ਉਹ ਅੱਧਾ ਪ੍ਰਾਈਵੇਟ ਆ ਜੀ, ਅੱਧਾ ਸਰਕਾਰੀ ਆ। ਉੱਥੇ ਆਪਰੇਟ ਹੋਇਆ ਸੀ ਇਹਨਾਂ ਦਾ? ਹਾਂਜੀ, ਉੱਥੇ ਹੋਇਆ। ਅੱਛਾ ਜੀ। ਵੈਸੇ ਪਹਿਲਾਂ ਕ੍ਰਿਸ਼ਨਾ 'ਚ ਵੀ ਲੈ ਕੇ ਗਏ, ਕੈਂਸਰ 'ਚ ਹੋਸਵਾਲ 'ਚ ਵੀ ਲੈ ਸਾਰਾ ਕੇ ਗਏ, ਦੱਸੋ ਉੱਥੇ ਨਾ। ਵੀ ਰਿਪੋਰਟਾਂ ਕਰਾਈਆਂ ਸੀਗੀਆਂ। ਸਾਰੇ ਥਾਈਂ ਜਾ ਕੇ ਉੱਤੇ ਖਰਚਾ ਜਿਹੜਾ ਆਇਆ ਫਿਰ ਤੁਸੀਂ ਕੀਤਾ ਸਾਰਾ? ਉੱਥੇ ਆਪਰੇਸ਼ਨ ਤੱਕ ਤਾਂ ਇਹਨਾਂ ਦਾ ਵੀਰ ਜੀ ਲਾਇਆ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਉਹ 1.5 ਲੱਖ ਵਾਲਾ ਇਹਨਾਂ ਦਾ ਪਾਸ ਕੀਤਾ ਸੀਗਾ। ਉਹਦੇ 'ਚ ਸਿਰਫ ਇਹਨਾਂ ਦੀ ਰੇਡੀਏਸ਼ਨ ਕਰੀ ਆ ਉਹਨਾਂ ਨੇ, ਬਾਕੀ ਤਾਂ ਸਾਰੇ ਉੱਥੇ ਹੀ ਆ, ਉਹਨਾਂ ਕੋਲ ਹੀ ਆ। ਜਿਹੜਾ ਕੈਂਸਰ ਵਾਲਿਆਂ ਨੂੰ 1.5 ਲੱਖ ਰੁਪਏ ਦੀ ਉਹਨਾਂ ਨੇ ਮੰਨ ਲਓ ਮੋਟਾ ਹਿਸਾਬ ਲਾ ਲਓ ਵੀ 50,000 ਰੁਪਏ ਇਹਨਾਂ ਤੇ ਲਾਇਆ, ਬਾਕੀ ਲੱਖ ਉਹਨਾਂ ਦੇ ਹਸਪੀਟਲ ਦੇ ਹੀ, ਉਹਨਾਂ ਦੇ ਕੋਲ ਹੀ ਆ। ਅੱਛਾ ਜੀ। ਉਹਨਾਂ ਦੇ ਖਾਤੇ 'ਚ ਹੀ ਆਉਂਦਾ, ਉੱਥੇ ਹੀ ਉਹਨਾਂ ਦਾ ਸਿਸਟਮ ਆ ਸਾਰਾ। ਅੱਛਾ, ਹੁਣ ਜਿਹੜਾ ਆਹ ਟ੍ਰੀਟਮੈਂਟ ਬਾਰੇ ਅੱਗੇ ਤੁਸੀਂ ਉਹਨਾਂ ਕੋਲ ਗਏ, ਉਹਨਾਂ ਨੇ ਕੀ ਕਿਹਾ ਫਿਰ? ਉਹਨਾਂ ਨੇ ਵੀ ਜੀ ਜਵਾਬ ਦਿੱਤਾ ਸੀ, ਜਦੋਂ 3-3 ਮਹੀਨੇ ਬਾਅਦ ਬੁਲਾਉਂਦੇ ਹੁੰਦੇ ਸੀ। ਮੈਂ ਕਹਿੰਦੀ ਸੀ ਵੀ ਦੂਜੇ ਪਾਸੇ ਜ਼ਖਮ ਆ, ਵੀ ਜਾੜਾਂ ਭੁਰੀਆਂ ਤੁਸੀਂ ਦੇਖੋ, ਕਹਿ ਦਿੰਦੇ ਸੀ ਰੇਡੀਏਸ਼ਨ ਦੇ ਸਾਈਡ ਇਫੈਕਟ ਨੇ। ਮੁੜ ਕੇ ਬਾਅਦ ਵਿੱਚ 4 ਮਹੀਨਿਆਂ ਬਾਅਦ ਫਿਰ ਉਹਨਾਂ ਨੇ ਬਾਇਓਪਸੀ ਫੇਰ ਕਰੀ, ਫੀਸ ਲੈ ਕੇ ਫੇਰ ਭੇਜਿਆ। ਫਿਰ ਕਹਿੰਦੇ ਵੀ ਦੁਬਾਰਾ ਇਹਨਾਂ ਦੇ ਹੈਗੇ ਨੇ ਸੈੱਲ, ਫੇਰ ਕੈਂਸਰ ਦੀ ਪ੍ਰੋਬਲਮ ਦੁਬਾਰਾ ਉੱਠ ਗਈ। ਫਿਰ ਉਹਨਾਂ ਨੇ ਜਵਾਬ ਦਿੱਤਾ ਸੀ, ਕਹਿੰਦੇ ਵੀ ਨਾ ਅਸੀਂ ਆਪਰੇਟ ਕਰ ਸਕਦੇ ਹਾਂ, ਨਾ ਦੁਬਾਰਾ ਰੇਡੀਏਸ਼ਨ ਲਾ ਸਕਦੇ ਹਾਂ। ਤੇ ਉਸ ਤੋਂ ਬਾਅਦ ਹੁਣ ਮੈਂ 8-9 ਮਹੀਨੇ ਦੀ ਇਹਨਾਂ ਨੂੰ ਹੋਮੋਪੈਥਿਕ ਦਵਾਈ ਦਵਾਈ ਜਾਂਦੀ ਸੀਗੀ, ਤੇ ਉਹਦੇ ਖਾਂਦੇ ਖਾਂਦੇ ਵੀ ਦੇਖੋ ਕਿੰਨੀ ਜ਼ਿਆਦਾ ਪ੍ਰੋਬਲਮ ਵੱਧ ਗਈ ਇਹਨਾਂ ਦੀ। ਪਹਿਲਾਂ ਅੰਦਰ ਸੀਗੀ, ਹੁਣ ਬਾਹਰ ਆ ਗਈ ਹੈ 3 ਮਹੀਨੇ ਤੋਂ। ਕੀ ਕਰੇ ਗਰੀਬ ਬੰਦਾ, ਕਿੱਧਰ ਨੂੰ ਜਾਵੇ ਜੀ? ਇੱਕ ਤਾਂ ਅਸੀਂ ਮਿਡਲ ਕਲਾਸ ਫੈਮਲੀਆਂ 'ਚ ਆ, ਅਸੀਂ ਹੱਥ ਕੱਢ ਕੇ ਮੰਗਣ ਯੋਗ ਵੀ ਨਹੀਂ ਵੀ ਅਸੀਂ ਮੰਗਦੇ ਫਿਰੀਏ, ਹੈ ਨਾ। ਪਰ ਸਾਡਾ ਮੰਗਣ ਤੋਂ ਵੀ ਮਾੜਾ ਹਾਲਾਤ ਬਣਾਤਾ ਸਾਡੀਆਂ ਹੁਣ ਤੱਕ ਦੀਆਂ ਸਰਕਾਰਾਂ ਨੇ, ਸਾਡੇ ਸਿਸਟਮ ਨੇ, ਘਟੀਆ ਤੰਤਰ ਨੇ। ਕੈਂਸਰ ਵਰਗੀ ਘਟੀਆ ਤੇ ਨਾਮਰਾਦ ਬਿਮਾਰੀ ਨੇ ਇੰਨੇ ਘਰ ਉਜਾੜਤੇ। ਕੈਂਸਰ ਟ੍ਰੇਨ ਚੱਲਦੀ ਹੈ ਇੱਕ ਰਾਜਸਥਾਨ ਨੂੰ, ਪਹਿਲਾਂ ਵੀ ਆਪਾਂ ਕਿੰਨੀ ਵਾਰੀ ਸੁਣਦੇ ਹਾਂ, ਹੈ ਨਾ। ਟ੍ਰੀਟਮੈਂਟ ਦੇ ਨਾਂ ਤੇ ਧੱਕੇ ਧੌਲੇ ਆ ਜੀ। ਜਿਵੇਂ ਤੁਸੀਂ ਭੈਣ ਤੋਂ ਸੁਣ ਕੇ ਹਟੇ ਹੋ ਵੀ ਸਾਰੇ ਜਮ੍ਹਾਂ ਪੂੰਜੀ ਲਾ ਕੇ ਆਪਰੇਸ਼ਨ ਤਾਂ ਕਰਾ ਲਿਆ, ਪਰ ਡਾਕਟਰਾਂ ਦੀ ਨਲਾਇਕੀ ਦੇਖੋ ਵੀ ਜੇ ਆਪਰੇਸ਼ਨ ਕੀਤਾ ਸੀ ਪੂਰਾ ਪ੍ਰੋਪਰਲੀ ਸਫਾਈ ਨਹੀਂ ਹੋਈ ਅੰਦਰੋਂ। ਫਿਰ ਇੰਨੀਆਂ ਰੇਡੀਏਸ਼ਨਾਂ ਲਾਉਣ ਤੋਂ ਬਾਅਦ ਵੀ ਇਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਨਹੀਂ ਮਿਲ ਸਕਿਆ। ਹੁਣ ਫੇਰ ਵੱਧ ਗਈ ਉਹ। ਹੁਣ ਕਹਿੰਦੇ ਜੀ ਅਸੀਂ ਕੀ ਕਰੀਏ, ਵੀ ਬਸ ਘਰੇ ਲੈ ਜਾਓ। ਫਿਰ ਹੁਣ ਜਿਹਦਾ ਸੁਹਾਗ ਆ ਉਹ ਘਰੇ ਕਿਵੇਂ ਬਹਿ ਜਾਵੇ, ਉਹ ਕਿਵੇਂ ਟਿਕ ਕੇ ਬੈਠ ਜਾਵੇ, ਉਹ ਕਿਵੇਂ ਇੰਤਜ਼ਾਰ ਕਰੇ ਆਪਣੇ ਆਪ ਨੂੰ ਵਿਧਵਾ ਹੋਣ ਦਾ। ਉਹ ਬੱਚੀਆਂ ਨਿੱਕੀਆਂ ਨਿੱਕੀਆਂ ਕਿਵੇਂ ਵੇਟ ਕਰਨ ਵੀ ਸਾਡਾ ਬਾਪੂ ਸਾਡੀਆਂ ਅੱਖਾਂ ਦੇ ਸਾਹਮਣੇ ਖਤਮ ਹੋ ਜਾਵੇ। ਅਸੀਂ ਤਾਂ ਇਹ ਸਿੱਖਿਆ ਹੀ ਨਹੀਂ ਵੀ ਅਸੀਂ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਤਕਲੀਫ 'ਚ ਹੋਵੇ ਤੇ ਅਸੀਂ ਸਬਰ ਕਰਕੇ ਬਹਿ ਜਾਈਏ। ਪਰ ਡਾਕਟਰਾਂ ਦੀ ਇਹ ਸੋਚ ਤੇ ਹੈਰਾਨਗੀ ਹੁੰਦੀ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਵੀ ਜਦੋਂ ਡਾਕਟਰ ਇਹ ਗੱਲ ਕਹਿ ਦਿੰਦਾ ਮੂਹਰੇ ਵੀ ਤੁਸੀਂ ਘਰੇ ਲੈ ਜਾਓ, ਤੇ ਇਹੀ
ਇਹ ਅਮੀਰ ਪਰਿਵਾਰ ਹੁੰਦਾ ਤੇ ਉਹਨੇ ਰਿਕਮੈਂਡ ਕਰਨਾ ਸੀ ਤੁਸੀਂ ਵਿਦੰਤਾ 'ਚ ਲੈ ਜਾਓ ਜੀ, ਤੁਸੀਂ ਜੀ ਵੱਡੇ ਹਸਪੀਟਲ 'ਚ ਏਮਸ ਦੇ ਵਿੱਚ ਲੈ ਜਾਓ ਜੀ, ਉੱਥੇ ਫਲਾਣੇ ਡਾਕਟਰ ਨੂੰ ਮਿਲ ਲਓ, ਮੇਰਾ ਨਾਂ ਲੈ ਕੇ ਗੱਲ ਕਰ ਲਿਓ, ਉੱਥੇ ਟ੍ਰੀਟਮੈਂਟ ਹੋ ਜਾਊਗਾ ਜੀ। ਗੱਲ ਤਾਂ ਪੈਸੇ ਦੀ ਆ, ਗੱਲ ਤਾਂ ਉਸ ਕਲਹਿਣੇ ਮਾਇਆ ਜਿਹੜੀ ਉਹ 4 ਛਿੱਲੜ ਪਤਾ ਨਹੀਂ ਕਿਹਨੇ ਬਣਾਏ ਆ, ਉਹ ਛਿੱਲੜਾਂ ਪਿੱਛੇ ਅੱਜ ਦੁਨੀਆ ਰੁਲਦੀ ਫਿਰਦੀ ਆ, ਮਰਦੀ ਫਿਰਦੀ ਆ। ਤੇ ਸਾਡੀ ਬੇਨਤੀ ਹੈ ਜੀ, ਸਭ ਤੋਂ ਪਹਿਲਾਂ ਤਾਂ ਇਸ ਪਰਿਵਾਰ ਨੂੰ ਤੁਹਾਡੀਆਂ ਦੁਆਵਾਂ ਦੀ ਲੋੜ ਆ ਜੀ। ਰਵਿੰਦਰ ਸਿੰਘ ਨੂੰ ਤੁਹਾਡੀਆਂ ਅਰਦਾਸਾਂ ਦੀ ਲੋੜ ਆ। ਇਲਾਜ ਤਾਂ ਇੱਕ ਸੈਕੰਡਰੀ ਚੀਜ਼ ਆ, ਬਹਾਨਾ। ਦਵਾਈਆਂ ਨੇ ਨਹੀਂ, ਦੁਆਵਾਂ ਨੇ ਕੰਮ ਕਰਨਾ ਇੱਥੇ। ਤਾਂ ਪਲੀਜ਼ ਅਰਦਾਸ ਕਰਿਓ ਸਰਦਾਰ ਰਵਿੰਦਰ ਸਿੰਘ ਜੀ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ। ਦੇਖੋ ਕਿੰਨੀ ਸੋਹਣੀ ਦਸਤਾਰ ਬੰਨੀ ਆ, ਵਧੀਆ ਅਪ ਟੂ ਡੇਟ, ਆਪਣੇ ਆਪ ਨੂੰ ਇੱਕ ਚੰਗਾ ਰਿਪਿਊਟਡ ਇਨਸਾਨ, ਮਿਹਨਤ ਕਰਨ ਵਾਲਾ, ਗਾਉਣਾ ਹੁਨਰ ਆ ਕੋਲੇ, ਲੱਕੜੀ ਦਾ ਕੰਮ ਕਰਦਾ ਬਾਈ। ਪਰ ਹੁਣ ਤਾਂ ਪਿਛਲੇ 3 ਸਾਲਾਂ ਤੋਂ ਕੰਮ ਕਿੱਥੋਂ ਹੋਣਾ ਵਾ। ਪਰ ਹੌਸਲਾ ਫਿਰ ਵੀ ਅਸੀਂ ਮੰਨਦੇ ਹਾਂ ਰਵਿੰਦਰ ਸਿੰਘ ਜੀ ਦੇ ਵਿੱਚ, ਚਾਹੇ ਬੋਲ ਕੇ ਐਕਸਪਲੇਨ ਨਹੀਂ ਕਰ ਪਾਉਂਦੇ ਉਹ, ਪਰ ਫਿਰ ਵੀ ਹੌਸਲਾ। ਐਡੀ ਵੱਡੀ ਗੱਲ ਜਦੋਂ ਇਨਸਾਨ ਨੂੰ ਪਤਾ ਲੱਗਦੀ ਆ ਤਾਂ ਅੰਦਰੇ ਅੰਦਰ ਹੀ ਖਤਮ ਹੋ ਜਾਂਦਾ। ਪਰ ਫਿਰ ਵੀ ਇਹ ਬਾਈ ਪਰਸੋਂ ਵੀ ਅਸੀਂ ਮਿਲੇ, ਅੱਜ ਵੀ ਚਿਹਰੇ ਨੂੰ ਆਪਣੇ ਨੂੰ ਇਸ ਹਾਲਾਤ 'ਚ ਹਰ ਰੋਜ਼ ਦੇਖਦੇ ਆ ਜਦੋਂ ਪੱਗ ਬੰਨ੍ਹਦੇ ਆ, ਫਿਰ ਵੀ ਮੱਥੇ 'ਤੇ ਸ਼ਿਕਨ ਨਹੀਂ, ਫਿਰ ਵੀ ਆਪਣੇ ਆਪ ਨੂੰ ਹਰ ਰੋਜ਼ ਇੱਕ ਤਸੱਲੀ ਦੇ ਕੇ ਤੁਰਦਾ ਘਰੋਂ ਵੀ ਕੋਈ ਨਾ ਕੋਈ ਬਾਂਹ ਫੜੂਗਾ, ਕੋਈ ਨਾ ਕੋਈ ਹੱਲ ਹੋਊਗਾ। ਤੇ ਅੱਜ ਉਸੇ ਆਸ 'ਚ ਆਪਣੇ ਘਰ 'ਚ, ਆਪਣੇ ਸੁਪਨਿਆਂ ਦੇ ਘਰ 'ਚ ਪਹੁੰਚਿਆ ਰਵਿੰਦਰ ਬਾਈ। ਆਪਣੀਆਂ ਬੱਚੀਆਂ ਨੂੰ ਲੈ ਕੇ ਆਇਆ, 2 ਧੀਆਂ ਦਾ ਬਾਪ ਆ। ਬੇਨਤੀ ਹੈ ਬਸ, ਇੱਕ ਤਾਂ ਸਾਨੂੰ ਕੋਈ ਸੁਜੈਸਟ ਕਰਿਓ ਵੀ ਅਸੀਂ ਕਰੀਏ ਇਹਦੇ ਕੀ। ਕਈ ਵਾਰੀ ਕੋਈ ਸਾਡੀ ਨੌਲੇਜ ਨਾ ਹੋਵੇ ਸ਼ਾਇਦ, ਹੈ ਨਾ, ਤੁਹਾਨੂੰ ਕੁਝ ਪਤਾ ਹੋਵੇ ਵੀ ਤੁਹਾਡੇ ਨਾਲ ਕੋਈ ਇੱਦਾਂ ਦੀ ਬੀਤੀ ਹੋਵੇ ਤੇ ਕੋਈ ਠੀਕ ਹੋਇਆ ਹੋਵੇ। ਤੇ ਨਹੀਂ ਤਾਂ ਸਾਡੇ ਕੋਲੇ ਜਿਵੇਂ ਇੱਥੇ ਡਾਕਟਰ ਸਤੀਸ਼ ਜੈਨ ਜੀ ਨੇ ਮੈਡੀਵੇ ਹਸਪੀਟਲ 'ਚ, ਸਾਡੇ ਕੋਲੇ ਇਸ ਤੋਂ ਵੀ ਕ੍ਰਿਟੀਕਲ ਕੇਸ ਆਏ ਨੇ ਹੁਣ ਤੱਕ, ਤੁਸੀਂ ਦੇਖੇ ਨੇ, ਚਾਹੇ ਉਹ ਗੋਰਾ ਅੰਗਰੇਜ਼ ਸੀਗਾ, ਚਾਹੇ ਹੋਰ ਵੀਰ ਭਰਾ। ਤਾਂ ਪਲੀਜ਼ ਅਸੀਂ ਉੱਥੇ ਇਹਨੂੰ ਵੀਰ ਨੂੰ ਦਾਖਲ ਕਰਾਉਣ ਲੱਗੇ ਹਾਂ। ਤੁਸੀਂ ਸਿੱਧੀ ਉੱਥੇ ਮਦਦ ਕਰਨੀ ਹੈ, ਉੱਥੇ ਦਾ ਇਲਾਜ ਹੋ ਸਕੇ ਬਾਈ ਦਾ, ਉੱਥੇ ਇਹਨਾਂ ਦਾ ਆਪਰੇਸ਼ਨ ਹੋ ਸਕੇ, ਉੱਥੇ ਇਹ ਤੰਦਰੁਸਤ ਹੋ ਸਕਣ। ਡਾਕਟਰ ਆਪਣੀ ਜਿਹੜੀ ਡਿਊਟੀ ਆ ਉਹ ਚੰਗੇ ਤਰੀਕੇ ਨਾਲ ਨਿਭਾਉਣ ਤੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਵੇ। ਬਸ ਸਾਡੀ ਇਹੀ ਬੇਨਤੀ ਹੈ ਜੀ। ਸੰਗਤ ਨੂੰ ਪਤਾ ਮਨੁੱਖਤਾ ਦੀ ਸੇਵਾ ਪਰਿਵਾਰ ਕੋਈ ਵੀ ਪੈਸਾ ਕੈਸ਼ ਦੇ ਰੂਪ 'ਚ ਨਹੀਂ ਲੈਂਦੇ, ਸਿਰਫ ਚੀਜ਼ਾਂ ਲਈਆਂ ਜਾਂਦੀਆਂ ਜਾਂ ਜਿੱਥੇ ਮਾਇਆ ਦੀ ਲੋੜ ਹੁੰਦੀ ਹੈ ਸੰਗਤ ਆਪਣੇ ਹੱਥੀਂ ਦੇ ਕੇ ਜਾਂਦੀ। ਅਸੀਂ ਇਹਦੇ ਵਿੱਚ ਮੈਂਬਰ ਹਾਂ, 1300 ਤੋਂ ਪਲੱਸ ਹੁਣ ਤੱਕ ਮੈਂਬਰ ਬਣ ਚੁੱਕੇ ਹਾਂ। ਉਹ ਸਿਰਫ ਸਾਡੇ ਨਾਲ ਕੰਟਰੀ ਕਰ ਸਕਦੇ। ਵੀਰੇ ਦੀ ਮਦਦ ਜੇ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਸਿੱਧੀ ਹਸਪੀਟਲ ਦੇ ਵਿੱਚ ਜਾ ਕੇ ਕਰਨੀ ਆ। ਮੈਡੀਵੇ ਹਸਪੀਟਲ 'ਚ ਅਸੀਂ ਵੀਰੇ ਨੂੰ ਅੱਜ ਐਡਮਿਟ ਕਰਾ ਰਹੇ ਹਾਂ। ਬਸ ਇਹ ਤੁਸੀਂ ਜ਼ਰੂਰ ਕੋਸ਼ਿਸ਼ ਕਰਿਓ ਵੀ ਇਹ ਵੀਰੇ ਲਈ ਅਰਦਾਸ ਤਾਂ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ, ਜੇ ਕੋਈ ਹੈਲਪ ਕਰ ਸਕਦਾ ਸਿੱਧੀ ਹਸਪੀਟਲ 'ਚ ਜਾ ਕੇ ਮਦਦ ਕਰਿਓ। ਹਾਂ ਸੁਲੱਖਣੀ, ਉਰੇ ਆ ਪੁੱਤ, ਕਿਵੇਂ ਆ ਪੁੱਤ? ਕਿਹੜੀ ਕਲਾਸ 'ਚ ਪੜ੍ਹਦੀ ਆ ਤੂੰ? LKG 'ਚ ਪੜ੍ਹਦੀ ਆ ਤੂੰ? ਪਾਪਾ ਜੀ ਨੂੰ ਬਿਮਾਰ ਹੋ ਗਏ, ਪਾਪਾ ਜੀ ਨੂੰ ਠੀਕ ਕਰ ਦਿਓ, ਤੰਦਰੁਸਤ ਕਰ ਦਿਓ ਮੇਰੇ ਪਾਪਾ ਜੀ ਨੂੰ, ਹੈ ਨਾ? ਕਰਦੀ ਹੁੰਦੀ ਪੜ੍ਹਦੇ ਆ ਕੋਲ 5 ਮਹੀਨੇ ਦੀ ਇਹਨਾਂ ਦੀ ਫੀਸ ਹੋ ਚੁੱਕੀ ਸੀ। ਦੇਖੋ ਫਿਰ ਕਹਿੰਦੀ ਆਂਟੀ ਹੁਣ ਤਾਂ ਬੱਚਿਆਂ ਨੂੰ ਵੀ ਉਹਨਾਂ ਨੇ ਗਾਹਾਂ ਨਹੀਂ ਮਤਲਬ ਰੱਖਣਾ, 5 ਮਹੀਨੇ ਦੀ ਫੀਸ ਹੋਈ। ਫਿਰ ਮੈਂ ਕਿਸੇ ਦੀ ਅੱਗੇ ਬੇਨਤੀ ਕੀਤੀ, ਮੈਂ ਕਿਹਾ ਵੀ ਇੱਦਾਂ ਕਰਕੇ ਬੱਚਿਆਂ ਦੀ, ਫਿਰ ਉਹਨਾਂ ਨੇ ਥੋੜ੍ਹੀ ਜਿਹੀ ਫੀਸ ਦਿੱਤੀ ਅਤੇ ਬੱਚਿਆਂ ਨੂੰ ਮਤਲਬ ਸਕੂਲ 'ਚ ਰੱਖਿਆ। 5 ਮਹੀਨੇ ਦੀ ਫੀਸ ਹੋ ਚੁੱਕੀ ਸੀ ਇਹਨਾਂ ਦੀ, ਦੋਨਾਂ ਦੀ ਨਹੀਂ ਦਿੱਤੀ ਸੀ। ਤੁਹਾਡੀ ਆਂਟੀ ਕੋਈ ਰਿਸ਼ਤੇਦਾਰੀ ਹੈ? ਬਸ ਪਿਆਰ ਹੀ ਆ ਬੇਟੇ, ਗਲੀ 'ਚ ਰਹਿੰਦੇ ਆ ਅਸੀਂ ਇਕੱਠੇ। ਅੱਛਾ ਜੀ। ਮਤਲਬ ਜਿੱਦਾਂ ਕਹਿ ਦੋ ਸਾਡਾ ਇੱਥੇ ਆ ਘਰ, ਇਹਨਾਂ ਦਾ ਲਾਸਟ ਤੇ ਗਲੀ ਤੇ ਜਾ ਕੇ ਇੱਦਾਂ ਬਸ ਹਰ ਰੋਜ਼ ਦੇਖਦੇ ਆ, ਮਿਲਦੇ ਆ, ਇੱਕ ਪਰਿਵਾਰ ਦੀ ਤਰ੍ਹਾਂ ਪਿਆਰ ਆ, ਤਰਸ ਆਉਂਦਾ ਵੀ ਇੱਕ ਟਾਈਮ ਰੋਟੀ ਪੱਕਦੀ ਹੈ, ਇੱਕ ਟਾਈਮ ਹਾਂਜੀ, ਇੱਕ ਟਾਈਮ ਰੋਟੀ ਇਹਦੇ ਘਰੇ ਪੱਕਦੀ, ਇੱਕ ਟਾਈਮ ਨਹੀਂ ਪੱਕਦੀ। ਮੈਂ ਰੋਜ਼ ਜਦੋਂ ਮੈਂ ਨਹੀਂ ਜਾਂਦੀ ਫਿਰ ਇਹਦਾ ਫੋਨ ਆ ਜਾਂਦਾ, ਆਂਟੀ ਤੁਸੀਂ ਆ ਜਾਓ। ਫਿਰ ਮੇਰੇ ਕੋਲ ਰੋ ਕੇ ਗੱਲ ਕਰ ਲੈਂਦੀ ਆ, ਸਾਰਾ ਦੱਸ ਦਿੰਦੀ, ਆਂਟੀ ਮੈਂ ਕੀ ਕਰਾਂ, ਕਿੱਦਾਂ ਆਂਟੀ ਹੋ ਜਾਣਗੇ ਠੀਕ? ਮੈਂ ਇਹਨੂੰ ਇਹੀ ਕਹਿੰਦੀ, ਹਾਂ ਪੁੱਤਰ ਹੋ ਜਾਣਾ, ਕੋਈ ਗੱਲ ਨਹੀਂ, ਮਹਾਰਾਜ ਕੋਈ ਨਾ ਕੋਈ ਹੀਲਾ ਵਸੀਲਾ ਬਣਾਉਣਗੇ।
ਕੋਈ ਨਹੀਂ ਘਬਰਾ ਨਾ, ਦਿਨ ਰਾਤ ਰੋਈ ਜਾਂਦੀ ਆ, ਆਂਟੀ ਬਸ ਤੁਸੀਂ ਆ ਜਾਂਦੇ, ਮੈਂ ਤੁਹਾਡੇ ਨਾਲ ਪੜਾਸ ਕੱਢ ਲੈਂਦੀ ਆ, ਗੱਲ ਕਰ ਲੈਂਦੀ, ਮੇਰਾ ਮਨ ਹਲਕਾ ਹੋ ਜਾਂਦਾ। ਤੇ ਰੋਂਦਾ ਆ, ਦੱਸਦਾ ਕਿਸੇ ਨੂੰ ਨਹੀਂ ਕੁਛ, ਚੁੱਪ ਕਰਕੇ ਬਸ ਬਿਸਤਰ 'ਚ ਪਿਆ ਰਹਿੰਦਾ। ਉੱਠਦਾ ਆ, ਬੋਲ ਤਾਂ ਹੁੰਦਾ ਨਹੀਂ, ਖਾ ਨਹੀਂ ਹੁੰਦਾ। ਪਹਿਲੇ ਇੰਨੀ ਕੁ ਰੋਟੀ ਗ੍ਰੈਂਡ ਕਰਕੇ ਵਿੱਚ ਪਾਣੀ ਜਿਹਾ ਬਣਾ ਕੇ ਸਬਜ਼ੀ ਉਹ 'ਚ ਗ੍ਰੈਂਡ ਕਰਕੇ ਪਾਣੀ ਭਰ ਗਈ, ਉਹ ਚਮਚੇ ਨਾਲ ਮਾੜੀ ਮਾੜੀ ਅੰਦਰ ਸਿੱਟਣੀ। ਸਾਲ ਭਰ ਤਾਂ ਪਾਈਪ ਲੱਗੀ ਰਹੀ, ਪਹਿਲਾਂ ਆਪਰੇਸ਼ਨ ਤੋਂ ਬਾਅਦ ਸਾਲ ਭਰ ਪਾਈਪ ਰਹੀ ਆ। ਫਿਰ ਉਹਨਾਂ ਨੇ ਕਹਿੰਦੇ ਜ਼ਿਆਦਾ ਗਲੇ 'ਚ ਪ੍ਰੋਬਲਮ ਆ ਗਈ, ਪਾਈਪ ਕੱਢਤੀ। ਫਿਰ ਕਹਿੰਦੇ ਹੁਣ ਮੂੰਹ ਦੇ ਰਾਸਤੇ ਇਹਨੂੰ ਦਿਓ। ਲੇਕਿਨ ਉਹ ਇੱਕ ਕੌਲੀ ਇੰਨੀ ਕਚੂਰੀ ਉਹ ਮਤਲਬ ਗ੍ਰੈਂਡ ਕੀਤੀ, ਉਹ ਤਾਂ ਆਪਾਂ ਦੇਖ ਵੀ ਨਹੀਂ ਸਕਦੇ। ਖਾਣਾ ਬਹੁਤ ਪਰਮਾਤਮਾ ਕਿਸੇ ਤੇ ਕਰੇ ਨਾ, ਇੱਦਾਂ ਦੀ ਵਿਪਤਾ ਪਾਵੇ ਨਾ, ਪਰ ਇਹ ਕਿੱਦਾਂ ਖਾਂਦਾ, ਘੰਟਾ ਡੇਢ ਘੰਟਾ ਲਾਉਂਦਾ ਉਹਨੂੰ ਇੰਨੀ ਕੁ ਨੂੰ ਖਾਣ ਵਾਸਤੇ। ਪਾਣੀ ਜਿਹਾ ਬਣਾਇਆ ਚਮਚੇ ਨਾਲ, ਇੱਦਾਂ ਜੇ ਕਿਤੇ ਜਾਈਏ ਵੀ ਇੱਕੋ ਹੀ ਕਮਰਾ ਇਹਦੇ ਕੋਲ, ਅੱਗੇ ਟੀਨਾਂ ਜਿਹੀਆਂ ਪਾਈਆਂ ਆ, ਮਤਲਬ ਇਹਦੀ ਲੱਕੜ ਲੁੱਕੜ ਜੀ ਰੱਖੀ, ਜਿਹੜਾ ਕੰਮ ਕਰਦਾ ਸੀ ਉਵੇਂ ਪਿਆ ਆ। ਤੇ ਬਸ ਉਹਦੇ 'ਚ ਆਪਣੇ ਗੁਜ਼ਰ ਕਰਦੇ ਆ। ਬਸ ਇੱਕ ਤਰਸ ਆਉਂਦਾ ਇਹਨਾਂ ਨੂੰ ਦੇਖ ਕੇ, ਹੋਰ ਕੁਛ ਨਹੀਂ। ਧੰਨਵਾਦ ਤੁਹਾਡਾ, ਤੁਸੀਂ ਜਿਹੜਾ ਲੋਕ ਤਰਸ ਵੀ ਨਹੀਂ ਖਾਂਦੇ ਹਨ ਭੈਣ ਮੇਰੀ, ਲੋਕ ਤਰਸ ਵੀ ਨਹੀਂ ਖਾਂਦੇ। ਬਾਤ ਤਾਂ ਤੁਹਾਡਾ ਬੱਚੇ, ਜਿਹੜਾ ਤੁਸੀਂ ਇੰਨਾ ਸੇਵਾ ਕਰ ਰਹੇ ਆ, ਹਰ ਇੱਕ ਨੂੰ ਜੀਵਨ ਦਾਨ ਦੇ ਰਹੇ ਆ ਬੱਚੇ। ਅਸੀਂ ਕੁਝ ਨਹੀਂ ਕਰਦੇ ਜੀ, ਇਹ ਤਾਂ ਭਗਵਾਨ ਆ, ਉਹ ਵਾਹਿਗੁਰੂ ਕਰਾਉਂਦਾ, ਪਰਮਾਤਮਾ ਇਹ ਤਾਂ ਕਰਾਉਂਦਾ। ਬਹੁਤ ਵੱਡੀ ਸੇਵਾ ਆ। ਇਹ ਸੁਣ ਕੇ ਸਾਡੇ ਮੇਰੇ ਕੁੜਮ ਸਾਹਿਬ ਆ, ਉਹਨਾਂ ਨੇ ਮੈਨੂੰ ਦੱਸਿਆ ਬੇਟੇ ਦੇ ਸਹੁਰੇ ਆ, ਉਹ ਆਏ ਹੋਣੇ ਆ, ਚਲੋ ਇੱਥੇ ਤੁਹਾਨੂੰ ਮਿਲਣ, ਬੇਟੀ ਬਾਹਰ ਹੈ ਉਹਨਾਂ ਦੀ, ਤੇ ਉਹ ਆਏ ਸੀਗੇ। ਤੇ ਫਿਰ ਮੈਨੂੰ ਉਹਨਾਂ ਨੇ ਕਿਹਾ, ਮੈਂ ਕਿਹਾ ਭਾਜੀ ਵੀ ਬਹੁਤ ਪਰੇਸ਼ਾਨ ਆ, ਮੇਰੇ ਤੋਂ ਇਹ ਬੱਚਾ ਦੇਖ ਨਹੀਂ ਹੁੰਦਾ, ਕੁਛ ਹੈਲਪ ਜੇ ਹੋ। ਉਹ ਕਹਿੰਦੇ ਭੈਣ ਜੀ ਅਸੀਂ ਜਾ ਕੇ ਆਏ ਉੱਥੇ, ਪਿਛਲੇ ਮਹੀਨੇ ਸ਼ਾਇਦ ਉਹ ਆਏ ਸੀਗੇ 6-7 8-10 ਤਰੀਕ, ਹਾਂਜੀ। ਤੇ ਕਹਿੰਦੇ ਤੁਸੀਂ ਭੈਣ ਜੀ ਉੱਥੇ ਲੈ ਜਾਓ। ਫਿਰ ਮੈਂ ਕਿਹਾ ਭਾਜੀ ਤੁਸੀਂ ਮੈਨੂੰ ਕਾਰਡ ਸੈਂਡ ਕਰੋ। ਉਹਨਾਂ ਨੇ ਫਿਰ ਕਾਰਡ ਕੀਤਾ। ਫਿਰ ਬਸ ਮੈਂ ਇਹਨਾਂ ਨੂੰ ਮੈਂ ਕਿਹਾ ਬੱਚੇ ਚਲੋ, ਮੈਂ ਚੱਲਦੀ ਹਾਂ ਨਾਲ। ਚਲੋ ਵਾਹਿਗੁਰੂ ਇਹਦੀ ਲੰਬੀ ਉਮਰ ਬਖਸ਼ੇ, ਇਸ ਬੱਚਿਆਂ ਦੇ ਇਹਨਾਂ ਦੇ ਸਿਰ ਤੇ ਛਾਇਆ ਰਵੇ ਬਾਪ ਦੀ। ਰਹੂਗੀ ਜੀ ਜ਼ਰੂਰ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਕਰਦੇ ਹਾਂ ਪਰਮਾਤਮਾ ਕਿਰਪਾ ਕਰੇ ਇਹਨਾਂ ਤੇ, ਬਸ ਇਹਨਾਂ ਬੱਚਿਆਂ ਦਾ। ਦੇਖੋ ਭੈਣ ਮੇਰੀ, ਤੰਦਰੁਸਤੀ ਬਖਸ਼ੇ ਉਹਨੂੰ ਮਾਲਕ, ਬਸ ਸਿਰ ਤੇ ਛਾਇਆ ਰਵੇ। ਪਹਿਲੇ ਵੀ ਦੁਖੀ ਆ, ਪਹਿਲਾਂ ਵਿਆਹੀ ਸੀ ਤਾਂ ਉੱਥੇ ਤੁਹਾਨੂੰ ਪਤਾ ਇਹ ਬੱਚੀ ਆ ਉਹਨਾਂ ਦੀ, ਉਹ ਅਮਲੀ ਨਸ਼ੇੜੀ ਸੀ, ਉੱਥੋਂ ਧੱਕੇ ਖਾਦੇ ਅਸੀਂ ਗਾਂ ਕੀਤਾ, ਤੇ ਗਾਂ ਇਹ ਆ ਬੱਚੀ ਆ। ਕਿਸਮਤ 'ਚ ਸੁੱਖ ਨਹੀਂ, ਪਹਿਲਾਂ ਵਿਆਹ ਚੰਗਾ ਭਲਾ ਸੀ ਜੀ। ਕਦੀ ਇਸ ਬੱਚੇ ਨੂੰ ਅਸੀਂ ਬਚਪਨ ਤੋਂ ਦੇਖ ਰਹੇ ਹਾਂ, ਕਦੀ ਮਤਲਬ ਕਿ ਜਿੱਦਾਂ ਇਹ ਜਵਾਨ ਹੋਇਆ ਮੈਂ ਦੇਖ ਰਹੀ ਹਾਂ ਇਹਨੂੰ, ਕੁਆਰਾ ਵੀ ਸੀਗਾ ਜਦੋਂ, ਲੇਕਿਨ ਇਹ ਕਦੀ ਮੀਟ ਆਂਡਾ ਸ਼ਰਾਬ, ਇਹਦਾ ਮਾਂ-ਬਾਪ ਵੀ ਦੱਸ ਸਕਦੇ ਆ ਵੀ ਕਦੀ ਇਹਨੇ ਜੀਭ ਤੇ ਨਹੀਂ ਰੱਖਿਆ ਜੀ, ਕਦੀ ਦੇਖਿਆ ਹੀ ਨਹੀਂ ਵੀ ਚੀਜ਼ ਕੀ ਆ। ਹੁਣ ਸਾਰੇ ਇਹਨੂੰ ਕਹਿੰਦੇ ਸੀ ਵੀ ਤੇਰੀ ਕੀ ਹਾਲਾਤ ਹੈ, ਤੂੰ ਮਤਲਬ ਥੋੜਾ ਖਾ ਪੀ ਲੈ, ਕਹਿੰਦਾ ਨਹੀਂ, ਜੋ ਉਹਦੇ ਹੱਥ ਮਾਰ ਨਾ ਮਾਰ ਦੇਵੇ, ਰੱਖਣਾ ਰੱਖ ਲਵੇ, ਉਹਦੇ ਹੱਥ ਮਾਲਕ ਦੇ। ਮੈਂ ਨਹੀਂ ਇਹ ਕਰਮ ਕਰ, ਇਸ ਬੱਚੇ ਨੇ ਨਹੀਂ ਕੀਤਾ। ਵਾਹਿਗੁਰੂ। ਇਹ ਦੇਖੋ ਇਹਨਾਂ ਦੀ ਭੈਣ ਨੇ ਵਿਚਾਰੀ ਨੇ ਦੁੱਖ ਕੱਟਿਆ, ਪਹਿਲਾਂ ਮੈਰਿਜ ਹੋਈ, ਮਾਂ ਪਿਓ ਗਰੀਬ ਸੀਗੇ, ਉਹ ਬੰਦਾ ਅਮਲੀ ਨਸ਼ੇੜੀ ਸੀ ਜੀ, ਉੱਥੋਂ ਵੀ ਤੋੜ ਵਿਛੋੜੇ ਹੋ ਗਿਆ। ਨਿੱਕੀ ਜੀ ਬੱਚੀ ਸੀ ਉਦੋਂ ਜਦੋਂ ਇਹਨੂੰ ਪਾਲਿਆ, ਕਈ ਸਾਲ ਫਿਰ ਆਪਣੇ ਪੇਕੇ ਪਰਿਵਾਰ 'ਚ ਕੱਢੇ। ਕਈ ਸਾਲ ਬੈਠੀ ਰਹੀ ਆ, 5 ਸਾਲ ਬੈਠੀ ਰਹੀ। 5 ਸਾਲਾਂ ਬਾਅਦ ਫਿਰ ਮਾਂ-ਬਾਪ ਨੇ ਸੋਚਿਆ ਵੀ ਧੀ ਦਾ ਵੀ ਇਹਦਾ ਕੋਈ ਹੱਲ ਕਰੀਏਗਾ। ਬੱਚੀ ਵੀ ਵੱਡੀ ਹੋ ਰਹੀ ਸੀ। ਦੁਬਾਰਾ ਮੈਰਿਜ ਹੋਈ ਰਵਿੰਦਰ ਸਿੰਘ ਵੀਰ ਨਾਲ, ਬੇਟੀ ਹੋਈ ਸੁਲੱਖਣੀ। ਤਾਂ ਬੇਟੀ ਤੋਂ ਬਾਅਦ ਹੁਣ 3 ਸਾਲ ਪਹਿਲਾਂ ਆ ਪਤਾ ਲੱਗ ਗਈ ਗੱਲ, 4 ਸਾਲ ਦੀ ਸੁਲੱਖਣੀ ਆ, ਸਾਲ ਦੀ ਸੀ ਉਦੋਂ ਜਦੋਂ ਇਹਨਾਂ ਨੂੰ ਇਹ ਪਤਾ ਲੱਗ ਗਈ ਵੀ ਰਵਿੰਦਰ ਸਿੰਘ ਨੂੰ ਵੀ ਆਹ ਸਮੱਸਿਆ ਆ ਗਈ ਹੈ। ਜਿਵੇਂ ਉਸ ਭੈਣ ਨੂੰ ਉਹਦੇ ਸੁਹਾਗ ਦਾ ਸੁੱਖ ਆ ਜਿਹੜਾ ਉਹ ਮਿਲ ਹੀ ਨਹੀਂ ਪਾ ਰਿਹਾ, ਹੁਣ ਉਹ ਫਿਰ ਆਪਣੇ ਸੁਹਾਗ ਨੂੰ ਬਚਾਉਣ ਦੀ ਮਾਰੀ ਫਿਰ ਲੜਾਈ ਲੜ ਰਹੀ ਆ। ਇਹ ਕੁਦਰਤ ਦੇ ਭਾਣੇ ਨੂੰ ਆਪਾਂ ਸਮਝ ਨਹੀਂ ਸਕਦੇ। ਕਈ ਵਾਰ ਇਨਸਾਨ ਬੌਣਾ ਸਾਬਤ ਹੋ ਜਾਂਦਾ ਇਹਨਾਂ ਗੱਲਾਂ ਦੇ ਸਾਹਮਣੇ। ਸਾਡੀ ਸੋਚ, ਸਾਡੀ ਸਮਝ ਸਭ ਫੇਲ ਹੋ ਜਾਂਦੀ ਹੈ। ਪਰ ਅੱਜ ਰਵਿੰਦਰ ਭਾਈ ਦੇਖੋ, ਕਰਨਾ ਤਾਂ ਪ੍ਰਮਾਤਮਾ ਨੇ, ਵਾਹਿਗੁਰੂ ਨੇ, ਪਰ ਇੱਕ ਮੇਰੀ ਬੇਨਤੀ ਆ, ਇਹ ਮੇਰੀਆਂ ਭਾਣਜੀਆਂ ਵਾ, ਇਹ ਮੇਰੀ ਭੈਣ ਆ,
ਕਾਗਜ਼ ਦੇ ਟੁਕੜੇ ਪੈਸਾ ਜਿੰਨਾ ਲੱਗ ਜਾਊਗਾ ਉਹ ਵਾਹਿਗੁਰੂ ਨੇ ਲਾਉਣਾ, ਅਸੀਂ ਨਹੀਂ ਲਾਉਣਾ। ਅਸੀਂ ਸੰਗਤ ਨੂੰ ਬੇਨਤੀ ਕਰਕੇ ਇਲਾਜ 'ਚ ਨਹੀਂ ਕਮੀ ਰਹੂਗੀ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਵੀ ਇਲਾਜ ਦੇ ਵਿੱਚ ਇਦਾਂ ਦਾ ਚਮਤਕਾਰ ਕਰਨ ਵੀ ਤੇਰੀ ਜ਼ਿੰਦਗੀ ਵਾਪਸ ਮਿਲ ਜਾਵੇ। ਇਲਾਜ ਦੇ ਵਿੱਚ ਚਾਹੇ ਉਹ ਸਾਲ ਚੱਲੇ, 2 ਸਾਲ ਚੱਲੇ, 5 ਸਾਲ ਚੱਲੇ, ਅਸੀਂ ਤੇਰੇ ਨਾਲ ਆ। ਇਹ ਬੱਚੀਆਂ ਦੇ ਸਿਰ ਤੇ ਹੱਥ ਰੱਖਾਂਗੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਇਹਨਾਂ ਦੇ ਮਾਮੇ ਬਣ ਸਕੀਏ। ਬਸ ਅਸੀਂ ਇਸ ਭੈਣ ਦੇ ਭਰਾ ਬਣ ਸਕੀਏ, ਆਪਦੀ ਭੈਣ ਦਾ ਸੁਹਾਗ ਬਚਾ ਸਕੀਏ। ਫਿਕਰ ਨਹੀਂ ਕਰਨਾ, ਹੌਸਲਾ ਰੱਖੀ ਬਸ, ਠੀਕ ਆ। ਤੈਨੂੰ ਬਹੁਤ ਲੋੜ ਆ ਬਾਈ ਹੌਸਲੇ, ਨਾ 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 ਹੌਸਲੇ ਦੀ ਤੈਨੂੰ ਬਾਹਲੀ ਲੋੜ ਆ। ਬਸ ਹੌਸਲਾ ਨਾ ਢੇਰੀ ਹੋਣ ਦੇਈ, ਹੈ ਨਾ। ਬਾਕੀ ਕੰਮ ਪ੍ਰਮਾਤਮਾ ਜ਼ਰੂਰ ਕਰੂਗਾ, ਜ਼ਰੂਰ ਕਰੂਗਾ, ਠੀਕ ਆ। ਜੇ ਪਾਤਸ਼ਾਹ ਮਿਹਰ ਕਰਨਗੇ। ਕੋਈ ਨਾ ਪੁੱਤ, ਕੋਈ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।